ਸੋ +1 ਕਲਾਸ ਕੱਲ੍ਹ ਆਪਾਂ ਪੋਜੀਸ਼ਨ ਅਤੇ ਅਪੀਅਰੈਂਸ ਕਰ ਲਈ ਸੀ ਕਿਡਨੀ ਦੀ। ਅੱਗੇ ਤੁਹਾਡੇ ਕੋਲ ਆ ਗਿਆ ਸਟਰਕਚਰ। ਠੀਕ। ਸੋ ਕਿਡਨੀ ਜੋ ਹੈ ਕਾਹਦੀ ਬਣੀ ਹੋਈ ਹੈ, ਬਹੁਤ ਹੀ ਛੋਟੇ ਛੋਟੇ ਮਾਈਕਰੋਸਕੋਪਿਕ ਕੁਆਇਲਡ ਟਿਬਿਊਲਸ ਦੀ ਬਣੀ ਹੋਈ ਹੈ, ਜਿਹਨਾਂ ਨੂੰ ਬੱਚੇ ਅਸੀਂ ਕੀ ਕਹਿੰਦੇ ਨੇ, ਨੈਫਰੋਨਸ। ਮਤਲਬ ਕਿ ਜੇਕਰ ਤੁਹਾਨੂੰ ਕੋਈ ਪੁੱਛ ਲਏ ਕਿ ਵੀ ਨੇਮ ਦਾ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਕਿਡਨੀ, ਤਾਂ ਕੌਣ ਹੈ? ਨੈਫਰੋਨਸ ਹੁੰਦੇ ਆ। ਤਾਂ 1 ਮਿਲੀਅਨ ਨੈਫਰੋਨਸ ਜਿਹੜੇ ਹੈਗੇ ਇੱਕ ਕਿਡਨੀ ਦੇ ਵਿੱਚ ਹੋ ਸਕਦੇ ਆ। ਇਹਨਾਂ ਨੂੰ ਹੋਰ ਕੀ ਕਹਿੰਦੇ? ਯੂਰੇਨੀਫੇਰਸ ਟਿਬਿਊਲਸ ਵੀ ਕਹਿੰਦੇ ਆ। ਨੈਫਰੋਨਸ ਜਿਹੜੇ ਹੈਗੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਆ ਕਨੈਕਟਿਵ ਟਿਸ਼ੂ ਦੀ ਮਦਦ ਦੇ ਨਾਲ। ਇਹਨਾਂ ਦੇ ਆਲੇ ਦੁਆਲੇ ਇੱਕ ਵਾਈਟ ਫਾਈਬਰਸ ਟਿਸ਼ੂ ਦਾ ਕੈਪਸੂਲ ਲਾਈਕ ਸਟਰਕਚਰ ਪ੍ਰੈਜ਼ੈਂਟ ਹੈਗਾ। ਕੈਪਸੂਲ ਤੋਂ ਬਾਹਰ ਵੀ ਫਲੈਟ ਸੈਲਸ ਦੀ ਇੱਕ ਲੇਅਰ ਪ੍ਰੈਜ਼ੈਂਟ ਹੈਗੀ ਹੈ, ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਰੇਨਲ ਫੈਸਿਕਾ। ਓਕੇ, ਠੀਕ ਹੈ। ਜੇਕਰ ਮੈਂ ਤੁਹਾਨੂੰ ਇੱਕ ਡਾਇਗਰਾਮ ਦਿਖਾਵਾਂ, ਆਹ ਦੇਖੋ, ਆਹ ਫਾਈਬਰਸ ਕਿਹਾ ਨਾ, ਕੈਪਸੂਲ ਦੀ ਇੱਕ ਲੇਅਰ ਪ੍ਰੈਜ਼ੈਂਟ ਹੈਗੀ ਆ ਡਾਰਕ ਕਲਰ ਦੀ। ਇਹ ਜਿੰਨਾ ਵੀ ਇੱਥੇ ਡੋਟਡ ਏਰੀਆ ਹੈਗਾ, ਇਹ ਰੀਨਲ ਕੋਰਟੈਕਸ ਹੈ ਨਾ। ਇਹਦੇ ਅੰਦਰ ਬਹੁਤ ਸਾਰੇ ਕੀ ਹੈ? ਇਹ ਮੈਡੂਲਾ। ਪਹਿਲੀ ਗੱਲ, ਮੇਨ 2 ਪਾਰਟਸ ਜਿਹੜੇ ਹੈਗੇ ਕਿਡਨੀ ਦੇ, ਰੀਨਲ ਕੋਰਟੈਕਸ ਅਤੇ ਅੰਦਰ ਵਾਲਾ ਹਿੱਸਾ ਸਾਰਾ ਕਿਹੜਾ ਹੈਗਾ? ਰੀਨਲ ਮੈਡੂਲਾ। ਹਾਂ, ਲੇਬਲਿੰਗ ਕੀਤੀ ਹੋਈ। ਇਹਦੇ ਅੰਦਰ ਬਹੁਤ ਸਾਰੇ ਪਿਰਾਮਿਡ ਲਾਈਕ ਸਟਰਕਚਰਸ ਪ੍ਰੈਜ਼ੈਂਟ ਹੈ ਰੀਨਲ ਮੈਡੂਲਾ ਦੇ ਅੰਦਰ। ਠੀਕ ਹੈ, ਜਿਨ੍ਹਾਂ ਨੂੰ ਅਸੀਂ ਰੀਨਲ ਪਿਰਾਮਿਡਸ ਕਹਿੰਦੇ ਹੈਗੇ ਆ। ਠੀਕ ਹੈ ਜੀ। ਬਲੱਡ ਵੈਸਲਸ ਦੀ ਸਪਲਾਈ ਇੱਥੇ ਹੁੰਦੀ ਰਹਿੰਦੀ ਹੈ ਨਾ। ਠੀਕ। ਸੋ ਇਹਦਾ ਜਿਹੜਾ ਬਰੋਡ ਪਾਰਟ ਹੈ, ਇਹ ਇੱਥੇ ਨਾ ਥੋੜ੍ਹੀ ਲੇਬਲਿੰਗ ਇਹਨੇ ਬਾਹਰ ਤੱਕ ਹੀ ਕਰ ਦਿੱਤੀ, ਅੰਦਰ ਤੱਕ ਜਾਣੀ ਹੈ। ਇਹ ਜਿਹੜਾ ਮੈਡੂਲਾ ਦੇ ਅੰਦਰ ਨੈਰੋ ਪਿਰਾਮਿਡਸ ਦਾ ਨੈਰੋ ਪੋਰਸ਼ਨ ਹੈ ਨਾ, ਉਹਨੂੰ ਕਿਹਾ ਗਿਆ ਰੀਨਲ ਪੈਪੀਲਾ। ਬਰੋਡ ਪੋਰਸ਼ਨ ਤਾਂ ਹੈ ਹੀ ਹੈ ਨਾ, ਨੈਰੋ ਪੋਰਸ਼ਨ ਨੂੰ, ਇਹ ਅੰਦਰ ਵਾਲੇ ਪੋਰਸ਼ਨ ਨੂੰ ਕਿਹਾ ਗਿਆ ਰੀਨਲ ਪੈਪੂਲਾ। ਠੀਕ ਹੈ ਜੀ। ਸੋ ਇੱਥੇ ਬਹੁਤ ਸਾਰੇ ਬਲੱਡ ਵੈਸਲਸ ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਹੈ, ਸਮਝਦੇ ਪਿਓ। ਠੀਕ ਹੈ। ਜਿੱਥੇ ਕੋਰਟੈਕਸ ਜਿਹੜਾ ਹੈਗਾ ਮੈਡੂਲਾ ਦੇ ਵਿੱਚੋਂ ਦੀ ਹੋ ਕੇ, ਠੀਕ ਹੈ, ਅੰਦਰ ਤੱਕ ਪਹੁੰਚ ਗਿਆ ਕੋਰਟੈਕਸ ਦੇ ਜਿਹੜੇ ਸੈਲਸ, ਉਹਨੂੰ ਅਸੀਂ ਕਹਿ ਦਿੰਦੇ ਹਾਂ ਰੀਨਲ ਕੋਲਮ ਔਰ ਬਰਟਿਨ। ਠੀਕ। ਇੱਧਰੋਂ ਦੀ ਕੀ ਹੈ? ਮੈਂ ਤੁਹਾਨੂੰ ਦੱਸਿਆ ਸੀਗਾ ਹਾਈਲਮ ਪੋਰਸ਼ਨ ਹੈ ਨਾ। ਠੀਕ ਹੈ, ਜਿੱਥੋਂ ਦੀ ਕਿ ਯੂਰੀਟਰ ਨਿਕਲਦਾ ਪਿਆ। ਠੀਕ ਹੈ ਜੀ। ਜਿੱਥੇ ਡੁੰਗ ਜਿਹਾ ਹੈਗਾ ਨਾ ਕਿਡਨੀ ਦੇ ਵਿੱਚ, ਹਾਈਲਮ ਜਾਂ ਫਿਰ ਹਾਈਲਸ ਕਿਹਾ ਸੀ ਨਾ। ਓਕੇ, ਉੱਥੋਂ ਦੀ ਯੂਰੀਟਰ ਨਿਕਲਦਾ ਪਿਆ। ਓਕੇ, ਫਿਰ ਆਰਟਰੀਜ਼ ਹੈਗੀਆਂ ਨੇ, ਬਲੱਡ ਲੈ ਕੇ ਆ ਰਹੀਆਂ ਨੇ, ਵੇਨਸ ਜਿਹੜੀਆਂ ਹੈਗੀਆਂ ਨੇ ਬਲੱਡ ਲੈ ਕੇ ਜਾ ਰਹੀਆਂ ਨੇ। ਰੀਨਲ ਪਿਰਾਮਿਡਸ ਤੁਹਾਨੂੰ ਦੱਸ ਦਿੱਤੇ ਬਹੁਤ ਸਾਰੇ ਬਣੇ ਹੁੰਦੇ ਆ। ਠੀਕ ਹੈ ਜੀ। ਹੋਰ ਕੀ ਹੈ? ਮੇਜਰ ਕੈਲਿਕਸ ਅਤੇ ਮਾਈਨਰ ਕੈਲਿਕਸ, 2 ਲੇਬਲਿੰਗ ਤੁਹਾਡੇ ਕੋਲ ਇਹ ਕੀਤੀਆਂ ਹੋਈਆਂ। ਇੱਥੇ ਇੱਕ ਮੇਜਰ ਕੈਲਿਕਸ ਦੀ ਲੇਬਲਿੰਗ ਹੈਗੀ ਹੈ, ਇੱਥੇ ਨੀਚੇ ਜਿਹੜੀ ਹੈਗੀ ਮਾਈਨਰ ਕੈਲਿਕਸ ਦੀ ਲੇਬਲਿੰਗ ਹੈਗੀ ਹੈ। ਇਹ ਵੀ ਤੁਹਾਨੂੰ ਹੁਣੇ ਪਤਾ ਲੱਗ ਜਾਏਗਾ। ਇਹ ਸੀ ਲੌਂਗੀਟਿਊਡਨਲ ਸੈਕਸ਼ਨ ਜਿਹੜਾ ਹੈਗਾ ਮੈਮੀਲੀਅਨ ਕਿਡਨੀ ਦਾ। ਓਕੇ, ਸੋ ਬੱਚੇ ਪਹਿਲਾਂ ਤਾਂ ਤੁਹਾਨੂੰ ਦੱਸ ਦਿੱਤਾ ਕਿ ਕਿਡਨੀ ਦੇ ਅੰਦਰ, ਠੀਕ ਹੈ, ਬਹੁਤ ਸਾਰੇ ਕੁਆਇਲਡ ਟਿਬਿਊਲਸ ਪ੍ਰੈਜ਼ੈਂਟ ਹੈਗੇ ਆ, ਜਿਨ੍ਹਾਂ ਨੂੰ ਨੈਫਰੋਨਸ ਜਾਂ ਫਿਰ ਯੂਰੇਨੀਫੇਰਸ ਟਿਬਿਊਲਸ ਕਿਹਾ ਜਾਂਦਾ। ਨੈਫਰੋਨਸ ਇੱਕ ਦੂਸਰੇ ਦੇ ਨਾਲ ਹੈਲਡ ਕੀਤੇ ਹੋਏ ਆ ਕਨੈਕਟਿਵ ਟਿਸ਼ੂ ਦੇ ਦੁਆਰਾ। ਸੋ ਇਹਨਾਂ ਦੇ ਆਲੇ ਦੁਆਲੇ ਇੱਕ ਵਾਈਟ ਫਾਈਬਰਸ ਟਿਸ਼ੂ ਦਾ ਕੈਪਸੂਲ ਲਾਈਕ ਕਵਰਿੰਗ ਕਹਿ ਲਓ ਬਣੀ ਹੋਈ ਹੈ ਨਾ। ਠੀਕ ਹੈ। ਸੋ ਕੈਪਸੂਲ ਜਿਹੜੇ ਹੈਗੀ ਆ, ਉਹਦੇ ਤੋਂ ਵੀ ਬਾਹਰ ਫਲੈਟ ਜਿਹੜੀ ਗਏ ਫੈਟ ਲੇਅਰ ਹੈਗੀ ਫੈਟਸ ਦੀ, ਜਿਹਨੂੰ ਅਸੀਂ ਐਡੀਪੋਜ਼ ਕੈਪਸੂਲ ਕਹਿ ਦਿੰਦੇ ਹਾਂ, ਸਮਝਦੇ ਪਿਓ। ਠੀਕ ਹੈ ਨਾ। ਸੋ ਮੇਨ ਲੇਅਰ ਤੋਂ ਬਾਹਰ ਫੈਟਸ ਦੀ ਇੱਕ ਲੇਅਰ ਪ੍ਰੈਜ਼ੈਂਟ ਹੈ, ਜਿਹਨੂੰ ਅਸੀਂ ਐਡੀਪੋਜ਼ ਕੈਪਸੂਲ ਕਹਿ ਦਿੰਦੇ ਹਾਂ, ਹੈ ਨਾ। ਉਹਦੇ ਤੋਂ ਬਾਅਦ, ਠੀਕ ਹੈ, ਉਹਦੇ ਤੋਂ ਬਾਅਦ ਇੱਕ ਹੋਰ ਫਾਈਬਰਸ ਮੈਂਬਰੇਨ ਆ ਜਾਂਦੀ, ਜਿਹਨੂੰ ਕਿ ਅਸੀਂ ਰੀਨਲ ਫੈਸਿਕਾ ਕਹਿ ਦਿੰਦੇ ਹਾਂ। ਉਹਦੀ ਲੇਬਲਿੰਗ ਤੁਹਾਨੂੰ ਇੱਥੇ ਨਹੀਂ ਦਿਖਾਈ ਗਈ ਹੈਗੀ ਆ। ਓਕੇ, ਅੱਛਾ, ਜਿਹੜਾ ਫਾਈਬਰਸ ਕੈਪਸੂਲ ਹੈਗਾ, ਐਡੀਪੋਸ ਕੈਪਸੂਲ ਹੈਗਾ ਅਤੇ ਰੀਨਲ ਫੈਸਿਕਾ, ਜਿਹੜੇ ਇਹ ਇੱਕ ਤਰ੍ਹਾਂ ਦੀਆਂ ਕੀ ਹੈ? ਕਿਡਨੀ ਦੀਆਂ ਪ੍ਰੋਟੈਕਟਿਵ ਕਵਰਿੰਗਸ ਹੈਗੀਆਂ ਨੇ। ਬਾਰ ਹੈ ਨਾ ਕਿਡਨੀ ਦੇ, ਉਹਦੀਆਂ ਪ੍ਰੋਟੈਕਟਿਵ ਕਵਰਿੰਗਸ ਹੈਗੀਆਂ ਨੇ। ਐਡੀਪੋਸ ਕੈਪਸੂਲ ਜਿਹੜਾ ਹੈਗਾ, ਉਹ ਸ਼ੌਕ ਐਬਜ਼ੋਰਬਿੰਗ ਕੁਸ਼ਨ, ਮਤਲਬ ਕਿ ਕੋਈ ਝਟਕਾ ਲੱਗ ਜਾਂਦਾ, ਠੀਕ ਹੈ ਨਾ, ਕਿਸੇ ਕਿਸਮ ਦੀ ਕੋਈ ਇੰਜਰੀ ਹੋ ਸਕਦੀ ਹੈ, ਸੋ ਉਹਦੇ ਤੋਂ ਨੈਚੁਰਲੀ ਰੱਖਿਆ ਕਰਨਗੇ ਜੋ ਕਿਡਨੀ ਦੀ ਹੈਗੀ ਆ। ਰੀਨਲ ਫੈਸਿਕਾ ਜਿਹੜਾ ਹੈਗਾ ਕਿਡਨੀ ਨੂੰ ਐਬਡੋਮੀਨਲ ਵਾਲ ਦੇ ਵਿੱਚ ਫਿਕਸ ਕਰਕੇ ਰੱਖਦਾ, ਹੈ ਨਾ। ਨੈਫਰੋਨਸ ਬਹੁਤ ਜ਼ਿਆਦਾ ਕੁਆਇਲਡ ਹੈ ਕਿਡਨੀ ਦੇ ਆਊਟਰ ਪਾਰਟ ਦੇ ਵਿੱਚ। ਹੁਣ ਤੁਸੀਂ ਦੇਖੋ, ਤੁਸੀਂ ਕਹਿਣਾ ਕਿ ਮੈਂ ਕਿਹਾ ਕਿ 1 ਮਿਲੀਅਨ ਤੱਕ ਨੈਫਰੋਨਸ ਪ੍ਰੈਜ਼ੈਂਟ ਹੈ ਫੰਕਸ਼ਨਲ ਯੂਨਿਟ ਕਿਡਨੀ ਦੇ ਅੰਦਰ, ਪਰ ਉਹ ਕਿੱਥੇ ਹੈ ਬੱਚੇ? ਜਿੰਨਾ ਪੋਰਸ਼ਨ ਤੁਹਾਨੂੰ ਡੋਟਡ ਦਿਖਾਇਆ ਹੋਇਆ ਨਾ ਕਿਡਨੀ ਦੇ ਅੰਦਰ, ਇਹ ਐਕਚੁਅਲੀ ਸਾਰੇ ਦੇ ਸਾਰੇ ਕੀ ਹੈ? ਨੈਫਰੋਨਸ ਹੈ। ਦੇਖੋ, ਜਦ ਕਿ ਨੈਫਰੋਨ ਦਾ ਸਟਰਕਚਰ ਜੇਕਰ ਮੈਂ ਤੁਹਾਨੂੰ ਦਿਖਾਵਾਂ, ਤੁਸੀਂ 10th ਕਲਾਸ ਦੇ ਵਿੱਚ ਵੀ ਕੀਤਾ ਹੋਇਆ, ਕਾਫੀ ਨੈਫਰੋਨਸ ਹੈ। ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦੀ ਹਾਂ, ਹੈ ਨਾ। ਮੇਨ ਮੈਂ ਤੁਹਾਨੂੰ ਪਹਿਲਾਂ ਆਹ ਸਟਰਕਚਰ ਦਿਖਾਉਣਾ ਚਾਹੁੰਦੀ ਹਾਂ, ਮੈਮੀਲੀਅਨ ਨੈਫਰੋਨ। ਉਹ ਜਿਹੜੇ ਤੁਹਾਨੂੰ ਉੱਥੇ ਡੋਟਡ ਨਜ਼ਰ ਆਉਂਦੇ ਪਏ, ਦੇਖੋ, ਇੱਕ ਕਿਡਨੀ ਦੇ ਅੰਦਰ 1 ਮਿਲੀਅਨ ਤੱਕ। ਕਿੰਨਾ ਕੁ ਕਿਡਨੀ ਦਾ ਸਾਈਜ਼ ਹੈ ਨਾ, ਸੈਂਟੀਮੀਟਰਸ ਦੇ ਵਿੱਚ ਹੀ ਹੈ। ਪਰ ਦੇਖ ਲਓ, ਮਤਲਬ ਪਰਮਾਤਮਾ ਨੇ ਕਿਸ ਤਰੀਕੇ ਦੇ ਹਿਊਮਨ ਬੀਇੰਗ ਦੀ ਬੋਡੀ ਬਣਾਈ ਹੈ। ਕਿੰਨੇ ਸਾਰੇ ਨੈਫਰੋਨਸ ਇੱਦਾਂ ਦੇ, ਹੈ ਨਾ, ਨਿੱਕੇ ਕਿੰਨੇ ਪ੍ਰੈਜ਼ੈਂਟ ਹੋਣਗੇ। ਇੱਥੇ ਤੁਹਾਨੂੰ ਫਿਰ ਵੱਡਾ ਕਰਕੇ ਦਿਖਾਇਆ ਹੋਇਆ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਇੱਥੇ ਦੱਸ ਦੇਣਾ ਚਾਹੁੰਦੀ, ਕਿਉਂਕਿ ਜਦੋਂ ਬਲੱਡ ਸਪਲਾਈ ਵਾਲਾ ਪੋਰਸ਼ਨ ਤੁਹਾਨੂੰ ਟੋਪਿਕ ਮੈਂ ਪਿੱਛੇ ਕਰਵਾਉਣਾ ਨਾ, ਉਹ ਤੁਹਾਨੂੰ ਤਾਂ ਹੀ ਸਮਝ ਆਉਣਾ ਹੈ। ਥੋੜ੍ਹਾ ਜਿਹਾ ਇਹਦੇ ਬਾਰੇ 'ਚ ਸੁਣ ਲਓ, ਠੀਕ ਹੈ ਨਾ। ਸੋ ਆਹ ਬੱਚੇ ਜਿਹੜਾ ਕੱਪ ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦਾ, ਇਹਨੂੰ ਅਸੀਂ ਕਹਿੰਦੇ ਬੋਮੈਨਸ ਕੈਪਸੂਲ। ਠੀਕ ਹੈ। ਸੋ ਆਹ ਕੱਪ ਲਾਈਕ ਸਟਰਕਚਰ ਹਜੇ ਮੈਂ ਕਿਹਾ ਗ੍ਰੇ ਕਲਰ ਦਾ, ਉਹਦੇ ਅੰਦਰ ਫਿਰ ਗਲੋਮੇਰੂਲਸ, ਠੀਕ ਹੈ ਨਾ, ਜਿਹਦੇ ਅੰਦਰ ਕਿ ਬਹੁਤ ਸਾਰੀਆਂ ਕਪਿਲਰੀਜ਼ ਦਾ ਗੁੱਛਾ ਪ੍ਰੈਜ਼ੈਂਟ ਹੈਗਾ। ਸੋ ਗਲੋਮੇਰੂਲਸ ਅਤੇ ਬੋਮੈਨਸ ਕੈਪਸੂਲ, ਸਮਝਦੇ ਪਿਓ, ਇਹ ਮਿਲ ਕੇ ਕੀ ਬਣਾਉਂਦੇ ਆ? ਮਾਲ ਪਿਗੀਅਨ ਕਾਰਪਸਸ ਬਣਾਉਂਦੇ ਹੈਗੇ ਆ।
ਸਮਝਦੇ ਪਏ ਹੋ। ਠੀਕ ਹੈ, ਸੋ ਨੈਫਰੋਨ ਦਾ ਇਹ ਵਾਲਾ ਹਿੱਸਾ ਬਣਾਉਂਦੇ। ਇਹਦੇ 'ਚ ਐਫਰੈਂਟ ਆਰਟੀਰੀਓਲ, ਠੀਕ ਹੈ, ਜਿਹੜੀ ਕਿ ਬਲੱਡ ਲੈ ਕੇ ਆ ਰਹੀ ਹੈ। ਠੀਕ ਹੈ, ਇਫਰੈਂਟ, ਠੀਕ ਹੈ, ਜਿਹੜੀ ਕਿ ਲੈ ਕੇ ਜਾ ਰਹੀ ਹੈ। ਓਕੇ, ਹੋ ਗਿਆ ਪੋਮੈਂਸ ਕੈਪਸੂਲ। ਅੱਗੇ ਨੈਫਰੋਨ ਦਾ ਕਿਹੜਾ ਹਿੱਸਾ ਆ ਗਿਆ, ਪੀਸੀਟੀ, ਪ੍ਰੋਕਸੀਮਲ ਕਨਵੋਲੇਟਡ ਟਿਊਬਿਊਲ। ਓਕੇ, ਪੀਸੀਟੀ। ਫਿਰ ਕੌਣ ਆ ਗਈ, ਲੂਪ ਆਫ ਹੈਨਲਸ। ਠੀਕ ਹੈ ਜੀ, 4 ਮੇਨ ਪਾਰਟ ਹੈਗੇ ਆ। ਸੋ ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਰਿਪੀਟ ਕਰ ਦਾਂਗੀ, ਇੱਕ ਵਾਰੀ ਅਸੀਂ ਪਹਿਲਾਂ ਕਰ ਲਈਏ। ਠੀਕ ਹੈ, ਸੋ ਮਾਲਪੀਗੀਅਨ ਕਾਰਪਸਸ, ਸਮਝਦੇ ਪਏ ਹੋ, ਜਿਹਦੇ ਵਿੱਚ ਕੀ ਆ ਜਾਂਦਾ, ਗਲੋਮੇਰੂਲਸ ਤੇ ਬੋਮੈਂਸ ਕੈਪਸੂਲ ਆ ਜਾਂਦਾ, ਫਿਰ ਪੀਸੀਟੀ, ਫਿਰ ਲੂਪ ਆਫ ਹੈਨਲ ਤੇ ਫਿਰ ਡੀਸੀਟੀ। ਓਕੇ, ਇਹ 4 ਮੇਨ ਪਾਰਟ ਹੈ। ਡੀਸੀਟੀ ਅੱਗੋਂ ਜਿਹੜੇ ਹੈਗੇ ਆ, ਫਿਰ ਇਹ ਕਿਹਦੇ 'ਚ ਜਾ ਕੇ ਖੁੱਲ ਜਾਂਦੇ ਆ, ਕਲੈਕਟਿੰਗ ਡਕਟਸ ਦੇ ਵਿੱਚ। ਇੱਥੇ ਯੂਰੀਨ ਜਿਹੜਾ ਹੈਗਾ ਫਿਰ ਇਕੱਠਾ ਹੋਣਾ ਸ਼ੁਰੂ ਹੋ ਜਾਣਾ ਨਾ, ਕਲੈਕਟਿੰਗ ਨਾਮ ਤੋਂ ਪਤਾ ਲੱਗਦਾ ਪਿਆ, ਕਲੈਕਟਿੰਗ ਡਕਟ। ਫਿਰ ਇਹ ਰੀਨਲ ਕੋਟੈਕਸ, ਇੰਨਾ ਹਿੱਸਾ ਜਿਹੜਾ ਹੈਗਾ ਨੈਫਰੋਨ ਦਾ ਰੀਨਲ ਕੋਟੈਕਸ ਵਾਲੇ ਹਿੱਸੇ 'ਚ ਆ ਜਾਂਦਾ। ਇੰਨੇ 'ਚ ਵਾਲਾ ਰੀਨਲ ਮੈਡੂਲਾ ਦੇ ਵਿੱਚ, ਜਿਹੜਾ ਮੈਂ ਤੁਹਾਨੂੰ ਇੱਥੇ ਦਿਖਾਇਆ ਹੈਗਾ, ਸਮਝਦੇ ਪਏ ਨਾ। ਸੋ ਉੱਥੇ ਹੁਣ ਆਪਣਾ ਮੈਂਟਲ ਲੈਵਲ ਵਾਈਡ ਕਰ ਲੈਣਾ, ਆਪਣੀ ਸੋਚ ਨੂੰ ਵਾਈਡ ਕਰ ਲੈਣਾ। ਠੀਕ ਹੈ, ਵੀ ਕਿੱਥੇ ਸੀਗਾ ਕੋਟੈਕਸ, ਆ ਬਾਹਰ ਵਾਲਾ ਹਿੱਸਾ ਕੋਟੈਕਸ ਸੀਗਾ, ਅੰਦਰ ਵਾਲਾ ਹਿੱਸਾ ਮੈਡੂਲਾ ਸੀਗਾ। ਤੇ ਦੇਖੋ ਮੈਂ ਤੁਹਾਨੂੰ ਦਿਖਾਇਆ, ਨੈਫਰੋਨ ਦਾ ਉੱਪਰ ਵਾਲਾ ਹਿੱਸਾ ਕੋਟੈਕਸ 'ਚ ਹੁੰਦਾ। ਠੀਕ ਹੈ ਜੀ, ਨੀਚੇ ਵਾਲਾ ਜਿਹੜਾ ਲੂਪ ਆਫ ਹੈਨਲ ਦਾ ਥੋੜ੍ਹਾ ਹਿੱਸਾ ਹੈ, ਉਹ ਮੈਡੂਲਾ ਦੇ ਵਿੱਚ ਵੀ ਹੁੰਦਾ ਨਾ। ਇੱਥੇ ਪੂਰੇ, ਇੱਥੇ ਸਾਰੇ ਕਿਤੇ ਨੈਫਰੋਨ ਪ੍ਰੈਜੈਂਟ ਹੈ। ਇੱਥੇ ਵੀ ਤਾਂ ਡੋਟਡ ਸਟਰਕਚਰ ਹੈਗੇ ਹੀ ਹੈ। ਇੱਕ ਮੈਂ ਤੁਹਾਨੂੰ ਹੋਰ ਜਦੋਂ ਕਿਹਾ, ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੀ, ਉੱਥੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਿਹੜੀ ਮੈਂ ਆਹ ਡਾਇਗਰਾਮ ਤੁਹਾਨੂੰ ਕਹੀ ਹੈਗੀ ਹੈ, ਸੋ ਬੱਚੇ ਆ ਵੀ ਤਾਂ 2 ਤਰ੍ਹਾਂ ਦੇ ਨੈਫਰੋਨਸ ਹੈ, ਹੈ ਨਾ। ਜਦੋਂ ਮੈਂ ਤੁਹਾਨੂੰ ਨੈਫਰੋਨ ਦਾ ਸਟਰਕਚਰ ਵਾਲਾ ਟੋਪਿਕ ਹੈ ਨਾ ਡਿਟੇਲ ਦੇ ਵਿੱਚ ਪੜ੍ਹਾਉਣਾ, ਤਾਂ ਦੈਨ ਆਈ ਵਿਲ ਟੈਲ ਯੂ ਦੇਰ ਆਰ 2 ਟਾਈਪਸ ਆਫ ਦ ਨੈਫਰੋਨਸ, ਕੋਰਟੀਕਲ ਤੇ ਜਕਸਟਰਾ ਮੈਡੂਲਰੀ। ਕੋਰਟੀਕਲ ਬੱਚੇ ਨੇਮ ਤੋਂ ਹੀ ਪਤਾ ਲੱਗਦਾ ਪਿਆ, ਜਿਹੜੇ ਕਿ ਜ਼ਿਆਦਾ ਕਰਕੇ ਕਿਡਨੀ ਦੇ ਕੋਟੈਕਸ ਵਾਲੇ ਹਿੱਸੇ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਸਮਝਦੇ ਪਏ ਹੋ। ਠੀਕ, ਤਾਂ ਜਕਸਟਰਾ ਮੈਡੂਲਰੀ ਕਿਹੜੇ ਆ, ਜਿੱਥੇ ਕਿ ਕੋਟੈਕਸ ਤੇ ਮੈਡੂਲਾ ਆਪਸ ਦੇ ਵਿੱਚ ਮਿਲਦੇ ਪਏ ਆ ਨਾ, ਉਹ ਉੱਥੇ ਜਿਹੜੇ ਨੈਫਰੋਨਸ ਪ੍ਰੈਜ਼ੈਂਟ ਹੋਣਗੇ, ਉਹ ਕੌਣ ਹੋਣਗੇ, ਜਕਸਟਰਾ ਮੈਡੂਲਰੀ। ਜਿਹੜੇ ਜ਼ਿਆਦਾ ਕਰਕੇ ਕੋਟੈਕਸ ਰੀਜਨ ਦੇ ਵਿੱਚ ਹੋਣਗੇ, ਉਹ ਕੋਰਟੀਕਲ। ਸਮਝਦੇ ਪਏ ਹੋ। ਸੋ ਇਹ ਬਾਅਦ ਦੇ ਵਿੱਚ ਅਸੀਂ ਕਰਦੇ ਹਾਂ। ਸੋ ਹੁਣ ਮੈਂ ਤੁਹਾਨੂੰ ਇੱਥੇ ਪਹਿਲਾਂ ਹੋਰ ਵੀ ਦੱਸਣਾ ਹੈਗਾ। ਸੋ ਕਿਡਨੀ ਦੇ ਪ੍ਰੋਟੈਕਟਿਵ ਕੋਟਸ ਦੇ ਬਾਰੇ 'ਚ ਦੱਸ ਦਿੱਤਾ। ਸ਼ੋਕ ਐਬਜ਼ੋਰਬਿੰਗ ਕੁਸ਼ਨ ਹੈ, ਜਿਹੜੀ ਉਹਦੇ ਵਿੱਚ ਹੁੰਦੀ, ਜਿਹੜੀ ਲੇਅਰ ਹੈਗੀ ਹੈ ਫੈਸਿਕਾ, ਉਹ ਕਿਡਨੀ ਨੂੰ ਐਬਡੋਮਨ ਦੇ ਵਾਲਸ ਦੇ ਨਾਲ ਜੋੜ ਕੇ ਰੱਖਦੀ ਹੈਗੀ ਹੈ। ਠੀਕ, ਸੋ ਕਿਡਨੀ ਜਿਹੜੀ ਨੈਫਰੋਨਸ ਜਿਹੜੇ ਹੁੰਦੇ ਬਹੁਤ ਜ਼ਿਆਦਾ ਕੁਆਇਲਡ ਹੈ, ਕਿਡਨੀ ਦੇ ਬਾਹਰ ਰੀਜਨ ਦੇ ਵਿੱਚ ਬਹੁਤ ਜ਼ਿਆਦਾ ਕੁਆਇਲਡ ਹੈ, ਸਮਝਦੇ ਹੋ। ਠੀਕ, ਸੋ ਡਾਇਗਰਾਮ ਦੇ ਵਿੱਚ ਤਾਂ ਤੁਹਾਨੂੰ ਡੋਟਸ ਦੇ ਨਾਲ ਹੀ ਦਿਖਾਏ ਹੋਏ ਹੈ। ਠੀਕ ਹੈ, ਜਿਹੜੇ ਨੈਫਰੋਨਸ ਹੈਗੇ ਆ, ਬਾਹਰ ਵਾਲਾ ਰੀਜਨ ਤੁਹਾਨੂੰ ਪਤਾ ਹੀ ਹੈ ਕਿਡਨੀ ਦਾ, ਉਹਨੂੰ ਅਸੀਂ ਕਹਿੰਦੇ ਹਾਂ ਰੀਨਲ ਕੋਟੈਕਸ, ਅੰਦਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਰੀਨਲ ਮੈਡੂਲਾ। ਰੀਨਲ ਮੈਡੂਲਾ ਜਿਹੜਾ ਹੈਗਾ, ਅੱਗੇ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਮੈਂ ਡਾਇਗਰਾਮ ਨਹੀਂ ਦਿਖਾਣੀ ਹੈਗੀ। 15 to 16 ਕੋਨਿਕਲ ਮਾਸਿਸ, ਮਤਲਬ ਕਿ ਪਿਰਾਮਿਡਸ, ਹੈ ਨਾ, ਉਹਨੂੰ ਅਸੀਂ ਰੀਨਲ ਪਿਰਾਮਿਡਸ। ਹੁਣ ਹਰ ਸ਼ਬਦ ਦੇ ਅੱਗੇ ਰੀਨਲ ਲੱਗ ਜਾਣਾ, ਕਿਡਨੀ ਦੇ ਲਈ ਯੂਜ਼ ਕੀਤਾ ਜਾਂਦਾ ਹੈ ਨਾ। ਠੀਕ ਹੈ, ਜਿਹੜੇ ਪਿਰਾਮਿਡਸ ਹੁੰਦੇ ਆ, ਉਹਨਾਂ ਦਾ ਇੱਕ ਬਰੋਡ ਬੇਸ ਹੁੰਦਾ, ਉਹ ਬਾਹਰ ਨੂੰ ਕੋਟੈਕਸ ਵਾਲੇ ਪਾਸੇ ਨੂੰ ਹੁੰਦਾ। ਜਿਹੜਾ ਨੈਰੋ ਐਂਡ ਹੈਗਾ ਰੀਨਲ ਪੈਪੂਲਾ, ਸਮਝਦੇ ਪਿਓ, ਉਹ ਪੈਲਵਿਸ ਵਾਲੇ ਪਾਸੇ ਨੂੰ ਹੁੰਦਾ। ਠੀਕ ਹੈ ਜੀ, ਹਰ ਇੱਕ ਰੀਨਲ ਪੈਪੂਲਾ ਜਿਹੜਾ ਹੈਗਾ, ਸੋ ਉਹ ਪ੍ਰੋਜੈਕਟ ਕਰ ਜਾਂਦਾ ਕਿਸੇ ਇੱਕ ਕੈਵਿਟੀ ਦੇ ਅੰਦਰ, ਹੈ ਨਾ। ਠੀਕ ਹੈ, ਸੋ ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਮਾਈਨਰ ਕੈਲਿਕਸ। ਸਮਝਦੇ ਪਏ ਗੱਲ ਨੂੰ, ਇੱਥੇ ਧਿਆਨ ਦੇ ਨਾਲ ਸਮਝੋ। ਮੈਂ ਕੀ ਕਿਹਾ ਕਿ ਪਿਰਾਮਿਡਸ ਦਾ ਇੱਕ ਚੌੜਾ ਪੋਰਸ਼ਨ ਹੈਗਾ, ਇੱਕ ਅੰਦਰ ਨੂੰ ਨੈਰੋ ਪੋਰਸ਼ਨ ਹੈਗਾ, ਆ ਰੀਨਲ ਪੈਪੂਲਾ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਲੇਬਲਿੰਗ ਇੱਥੇ ਠੀਕ ਨਹੀਂ ਹੋਈ, ਇਹ ਲਾਈਨ ਅੰਦਰ ਤੱਕ ਜਾਣੀ ਸੀ। ਸਮਝਦੇ ਪਏ ਬੱਚੇ, ਇਹ ਰੀਨਲ ਪੈਪੂਲਾ ਜਿਹੜਾ ਹੈਗਾ, ਠੀਕ ਹੈ ਨਾ, ਅੰਦਰ ਵਾਲਾ ਨੈਰੋ ਹਿੱਸਾ ਹੈ। ਠੀਕ ਹੈ, ਪੈਲਵਿਸ ਵਾਲੇ ਪਾਸੇ ਹੈ, ਆਈ ਹੈ ਨਾ ਪੈਲਵਿਸ ਹਿੱਸਾ, ਆ ਰੀਨਲ ਪੈਲਵਿਸ। ਸਮਝਦੇ ਪਿਓ, ਆਹ ਲੇਬਲਿੰਗ ਇੱਥੇ ਕੀਤੀ ਹੋਈ, ਉਧਰ ਵਾਲੇ ਪਾਸੇ ਨੂੰ ਹੈਗਾ ਰੀਨਲ ਪੈਲਵਿਸ। ਸੋ ਹਰ ਇੱਕ ਰੀਨਲ ਪੈਪੂਲਾ ਜਿਹੜਾ ਹੈਗਾ, ਠੀਕ ਹੈ, ਸੋ ਮੇਜਰ ਜਿਹੜਾ ਕੈਲਿਕਸ ਹੈ, ਠੀਕ ਹੈ, ਉਹਦੀ ਕੈਵਿਟੀ ਦੇ ਵਿੱਚ ਐਕਸਟੈਂਡ ਕੀਤਾ ਹੋਇਆ। ਮਾਈਨਰ ਕੈਲਿਕਸ ਜਿਹੜੇ ਹੈਗੇ ਆ, ਸਮਝਦੇ ਪਿਓ, ਉਹ ਜੁਆਇਨ ਕਰ ਜਾਂਦੇ ਆ। ਠੀਕ ਹੈ ਜੀ, ਅਤੇ ਉਹੀ ਕੀ ਕਰ ਜਾਂਦੇ, 2 ਜਾਂ 3 ਮੇਜਰ ਕੈਲਿਕਸ ਵੀ ਬਣਾ ਲੈਂਦੇ ਆਪਸ ਦੇ ਵਿੱਚ। ਸਮਝਦੇ, ਮੇਜਰ ਕੈਲਿਸਿਸ ਜਿਹੜੇ ਹੈਗੇ ਆ, ਉਹ ਕਿਹਦੇ ਵਿੱਚ ਖੁੱਲ੍ਹ ਜਾਂਦੇ, ਇੱਕ ਫਨਲ ਲਾਈਕ ਸਟਰਕਚਰ ਦੇ ਵਿੱਚ ਖੁੱਲ੍ਹ ਜਾਂਦੇ, ਜਿਹਨੂੰ ਅਸੀਂ ਕਿਹਾ ਪੈਲਵਿਸ। ਇੱਥੇ ਮੇਜਰ ਕੈਲਿਕਸ ਵੀ ਹੈ, ਮਾਈਨਰ ਕੈਲਿਕਸ ਵੀ ਹੈ। ਮਾਈਨਰ ਮਿਲ ਕੇ ਮੇਜਰ ਕੈਲਿਕਸ ਬਣਾਉਂਦੇ ਆ। ਠੀਕ ਹੈ, ਮੇਜਰ ਕੈਲਿਕਸ ਜਿਹੜੇ ਹੈਗੇ ਆ, ਉਹ ਫਿਰ ਪੈਲਵਿਸ ਦੇ ਵਿੱਚ ਖੁੱਲ੍ਹ ਜਾਂਦੇ ਆ। ਠੀਕ ਜੀ, ਫਿਰ ਪੈਲਵਿਸ ਜਿਹੜਾ ਹੈਗਾ ਅੱਗੇ ਜਾ ਕੇ ਕਿਹਦੇ 'ਚ ਖੁੱਲ੍ਹ ਜਾਂਦਾ, ਯੂਰੀਟਰ ਦੇ ਵਿੱਚ ਖੁੱਲ੍ਹ ਜਾਂਦਾ। ਪਿਰਾਮਿਡਸ ਦੇ ਵਿਚਕਾਰ, ਠੀਕ ਹੈ, ਕੋਟੈਕਸ ਜਿਹੜਾ ਹੈਗਾ ਥੋੜ੍ਹਾ ਜਿਹਾ ਮੈਡੂਲਾ ਦੇ ਅੰਦਰ ਜਾ ਕੇ ਐਕਸਟੈਂਡ ਕਰ ਗਿਆ ਹੋਇਆ, ਜਿਹਨੂੰ ਬੱਚੇ ਅਸੀਂ ਕੀ ਕਹਿੰਦੇ ਹਾਂ, ਕੋਲਮ ਆਫ ਬਰਟਨੀ। ਸਮਝਦੇ ਪਏ ਹੋ। ਠੀਕ ਹੈ, ਰੀਨਲ ਕੋਲਮ ਵੀ ਕਹਿੰਦੇ ਆ, ਔਰ ਬਰਟਿਨ ਵੀ ਕਹਿੰਦੇ ਆ। ਮੈਂ ਕੀ ਕਿਹਾ ਕਿ ਕੋਟੈਕਸ ਦੇ ਕੁਝ ਸੈੱਲ ਜਿਹੜੇ ਹੈਗੇ ਆ, ਠੀਕ ਹੈ, ਮੈਡੂਲਾ ਦੇ ਵਿੱਚ ਅੰਦਰ ਤੱਕ ਐਕਸਟੈਂਡ ਹੋ ਜਾਂਦੇ ਆ, ਉਦੋਂ ਅਸੀਂ ਉਹਨਾਂ ਨੂੰ ਕੀ ਕਹਿਣਾ ਸ਼ੁਰੂ ਕਰ ਦਿੰਦੇ ਆ, ਰੀਨਲ ਕੋਲਮ। ਠੀਕ ਆ, ਔਰ ਬਰਟਿਨ ਜਾਂ ਰੀਨਮ ਕੋਲਮਸ ਆਫ ਬਰਟਨੀ। ਓਕੇ ਜੀ, ਇਹ ਸੀ ਸਾਰਾ ਤੁਹਾਨੂੰ ਕਿਹਦੇ ਬਾਰੇ 'ਚ, ਕਿਡਨੀ ਦੇ ਬਾਰੇ 'ਚ। ਓਕੇ, ਅੱਗੇ ਤੁਹਾਡੇ ਕੋਲ ਸੈਕਿੰਡ ਪਾਰਟ ਤੁਹਾਡੇ ਯੂਰੀਨਰੀ ਸਿਸਟਮ ਦਾ ਆ ਗਿਆ। ਕਿਡਨੀਜ਼ ਤੋਂ ਬਾਅਦ ਕਿਹੜਾ ਆ ਗਿਆ, ਯੂਰੀਟਰਸ ਆ ਰਹੇ ਆ। ਯੂਰੀਟਰਸ ਦੇਗਾ ਦੋਨਾਂ ਸਾਈਡਾਂ ਤੋਂ। ਸੋ ਹਾਂ, ਕਿਡਨੀ ਦੇ ਹਾਈਲਮ ਤੋਂ ਵੀ
ਆ ਇੱਥੋਂ ਡੂੰਘਾ ਪੋਰਸ਼ਨ ਜਿਹੜਾ ਸੀ ਨਾ ਹਾਈਲਮ ਜਾਂ ਹਾਈਲਸ, ਓਕੇ, ਉੱਥੋਂ ਨਿਕਲਦੇ ਪਏ ਆ ਯੂਰੀਟਰਸ, ਠੀਕ ਹੈ। ਇੱਕ ਸਿਲੈਂਡਰੀਕਲ ਵਾਈਟ ਕਲਰ ਦੀ ਟਿਊਬ ਨਿਕਲਦੀ ਹੈ ਜਿਹਨੂੰ ਅਸੀਂ ਯੂਰੀਟਰ ਕਹਿੰਦੇ ਆ। ਕਿਡਨੀ ਦੇ ਅੰਦਰ ਯੂਰੀਟਰ ਜਿਹੜੇ ਹੈਗੇ ਆ, ਠੀਕ ਹੈ, ਥੋੜ੍ਹੇ ਜਿਹੇ ਐਕਸਪੈਂਡ ਹੋ ਜਾਂਦੇ ਆ ਅਤੇ ਕੀ ਬਣਾ ਲੈਂਦੇ ਆ, ਰੀਨਲ ਪੈਲਵਿਸ, ਆ ਪਿੱਛੇ ਨੂੰ, ਸਮਝਦੇ ਪਏ ਹੋ। ਸੋ ਯੂਰੀਟਰ ਤੋਂ ਜਿਹੜੇ ਹੈਗੇ ਆ, ਜੇ ਉਹਦਾ ਪਿਛਲਾ ਪੋਰਸ਼ਨ ਦੇਖੀਏ ਕਿਡਨੀ ਦੇ ਅੰਦਰ, ਬਾਰ-ਬਾਰ ਇਹ ਸ਼ਬਦ ਆਇਆ ਹੈਗਾ, ਉਦੋਂ ਉਹਨੂੰ ਕਹਿੰਦੇ ਰੀਨਲ ਪੈਲਵਿਸ, ਠੀਕ ਹੈ। ਇਹ 28 ਸੈਂਟੀਮੀਟਰ ਲੌਂਗ ਹੁੰਦੇ ਆ ਯੂਰੀਟਰਸ, ਹੈ ਨਾ। ਸੋ ਇਹਨਾਂ ਦੀਆਂ ਵਾਲਸ ਵੀ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਟ੍ਰਾਂਜੀਸ਼ਨਲ ਐਪੀਥੀਲੀਅਮ ਦੀਆਂ ਬਣੀਆਂ ਹੁੰਦੀਆਂ ਨੇ। ਉਹਦੇ ਆਲੇ ਦੁਆਲੇ ਮਸਲ ਫਾਈਬਰਸ ਦੀ ਲੇਅਰ ਹੁੰਦੀ ਹੈ, ਕਨੈਕਟਿਵ ਟਿਸ਼ੂਜ਼ ਦੀ ਇੱਕ ਲੇਅਰ ਹੁੰਦੀ ਹੈ। ਯੂਰੀਟਰਸ ਥੱਲੇ ਨੂੰ ਰਨ ਕਰਦੇ ਹੈਗੇ ਆ, ਸਮਝਦੇ ਪਏ ਹੋ, ਠੀਕ ਹੈ। ਮੀਡੀਅਮ ਲਾਈਨ ਤੋਂ ਥੋੜ੍ਹਾ ਜਿਹਾ ਹੀ ਪਿੱਛੇ ਲੋਅਰ ਐਂਡ ਦੇ ਉੱਤੇ ਜਾ ਕੇ ਐਬਡੋਮਨ ਦੇ, ਹੈ ਨਾ, ਸੋ ਅੰਦਰ ਨੂੰ ਬੈਂਡ ਕਰ ਜਾਂਦੇ ਆ, ਯੂਰੀਨਰੀ ਬਲੈਡਰ ਦੇ ਵਿੱਚ ਖੁੱਲ ਜਾਂਦੇ ਆ ਜਾ ਕੇ ਆਪਣੀਆਂ ਹਿੰਡ ਵਾਲਸ ਤੋਂ, ਡੋਰਸਲ ਪੋਰਸ਼ਨ ਤੋਂ ਇਹ ਖੁੱਲ ਜਾਂਦੇ। ਆ ਦੇਖੋ, ਆ ਦਿਖਾਇਆ ਹੋਇਆ, ਦੇਖਿਆ ਕਿਸ ਤਰੀਕੇ ਦੇ ਨਾਲ ਰਨ ਕੀਤੇ ਆ ਯੂਰੀਨਰੀ ਬਲੈਡਰ ਦੇ ਵਿੱਚ ਜਾ ਕੇ, ਇਹਦਾ ਨੀਚੇ ਨੂੰ ਥੋੜ੍ਹੇ ਜਿਹੇ ਜਾ ਕੇ, ਠੀਕ ਹੈ, ਇਹ ਯੂਰੀਟਰਸ ਖੁੱਲ ਗਏ ਆ। ਅੱਗੇ ਤੁਹਾਡੇ ਕੋਲ ਆ ਗਿਆ ਯੂਰੀਨਰੀ ਬਲੈਡਰ। ਸੋ ਇੱਕ ਪੀਅਰ ਸ਼ੇਪਡ ਸੈਕ ਲਾਈਕ ਸਟਰਕਚਰ ਜਿਹੜਾ ਹੈਗਾ ਪ੍ਰੈਜ਼ੈਂਟ ਹੈ, ਠੀਕ ਹੈ, ਪੈਲਵਿਕ ਰੀਜਨਸ ਦੇ ਵਿੱਚ ਐਬਡੋਮੀਨਲ ਕੈਵਿਟੀ ਦੇ ਬਿਲਕੁਲ ਨੀਚੇ ਪ੍ਰੈਜ਼ੈਂਟ ਹੈ, ਠੀਕ ਹੈ ਜੀ। ਇਹਦੀ ਵੀ ਥਿਕ ਮਸਕੂਲਰ ਡਿਸਪੈਂਸੀਬਲ ਵਾਲਸ ਹੈਗੀਆਂ ਨੇ, ਕਿਉਂਕਿ ਯੂਰਿਨ ਦੀ ਅਮਾਊਂਟ ਦੇ ਹਿਸਾਬ ਦੇ ਨਾਲ ਇਹਨਾਂ ਦਾ ਸਾਈਜ਼ ਵੱਧਦਾ ਘਟਦਾ ਰਹਿੰਦਾ ਹੈਗਾ ਨਾ, ਇਸ ਕਰਕੇ ਟ੍ਰਾਂਜੀਸ਼ਨਲ ਐਪੀਥੀਲੀਅਮ ਦੀ ਇਹਨਾਂ ਦੇ ਅੰਦਰ ਵੀ ਲਾਈਨਿੰਗ ਹੈ, ਇਹ ਐਕਸਪੈਂਡ ਕਰਦੇ ਰਹਿੰਦੇ ਆ, ਸਮਝਦੇ ਪਏ ਹੋ। ਮਸਕੂਲਰਸ ਜਿਹੜੇ ਹੈਗੇ ਵੈਲ ਡਿਵੈਲਪਡ ਹੁੰਦੇ ਆ ਯੂਰੀਨਰੀ ਬਲੈਡਰ ਦੇ ਜਿਹੜੇ ਹੁੰਦੇ, 3 ਲੇਅਰਸ ਦੇ ਵਿੱਚ ਸਮੂਥ ਮਸਲਸ ਦੀਆਂ 3 ਲੇਅਰਸ ਪ੍ਰੈਜ਼ੈਂਟ ਹੈ। ਇਨਰ ਆਊਟਰ ਲੇਅਰ ਹੈਗੀ ਹੈ ਲੋਂਗੀਚੂਡਨਲ ਫਾਈਬਰਸ ਦੀ, ਇਨਰ ਤੇ ਜਿਹੜੀ ਆਊਟਰ ਹੈ। ਮਿਡਲ ਲੇਅਰ ਜਿਹੜੀ ਹੁੰਦੀ ਹੈ ਉਹ ਸਰਕੂਲਰ ਫਾਈਬਰਸ ਦੀ ਬਣੀ ਹੁੰਦੀ ਹੈ। ਬਲੈਡਰ ਦੇ ਜਿਹੜੇ ਮਸਲਸ ਹੁੰਦੇ ਆ ਉਹਨਾਂ ਨੂੰ ਹੋਰ ਅਸੀਂ ਕੀ ਕਹਿੰਦੇ ਆ, ਡੈਟਰੋਸਰ ਮਸਲਸ ਵੀ ਕਹਿੰਦੇ ਆ, ਓਕੇ। ਬਲੈਡਰ ਜਿਹੜਾ ਹੈਗਾ, ਠੀਕ ਹੈ, ਯੂਰੀਟਰਸ ਨੂੰ ਰਿਸੀਵ ਕਰਦਾ ਪਿਆ। ਹੁਣੇ ਅਸੀਂ ਉੱਪਰ ਦੇਖ ਕੇ ਆਏ ਹਾਂ, ਉਹਦੇ ਅੰਦਰ ਖੁੱਲ ਰਹੇ ਸੀਗੇ, ਹੈ ਨਾ। ਸੋ ਇਹਦਾ ਜਿਹੜਾ ਸਾਈਜ਼ ਹੈ ਨੈਚੁਰਲੀ ਡਿਪੈਂਡ ਕਰਦਾ ਹੈਗਾ ਅਮਾਊਂਟ ਆਫ ਯੂਰਿਨ ਦੇ ਉੱਤੇ, ਯੂਰੀਨਰੀ ਬਲੈਡਰ 'ਚ ਕਿੰਨਾ ਯੂਰਿਨ ਆਇਆ ਹੈਗਾ। ਸੋ ਇਹਦਾ ਲੋਅਰ ਪਾਰਟ ਆ ਨੈਕ ਲਾਈਕ ਜਿਹੜਾ ਪਾਰਟ ਹੈ, ਕਿਉਂਕਿ ਇਹ ਯੂਰੀਨਰੀ ਬਲੈਡ ਤੋਂ ਬਾਅਦ ਕੀ ਸ਼ੁਰੂ ਹੋ ਜਾਣਾ ਅਗਲਾ 4th ਪਾਰਟ ਤੁਹਾਡੇ ਕੋਲ ਡਿਟੇਲ 'ਚ ਅਸੀਂ ਕੀ ਪੜ੍ਹਨਾ, ਯੂਰੀਥਰਾ, ਓਕੇ। ਸੋ ਇਹਦਾ ਜਿਹੜਾ ਨੈਕ ਹੈਗੀ ਹੈ ਬਲੈਡਰ ਦੀ, ਉਹ ਯੂਰੀਥਰਾ ਦੇ ਵਿੱਚ ਜਾ ਕੇ ਖੁੱਲ ਜਾਂਦੀ ਹੈ, ਠੀਕ ਹੈ। ਸੋ ਇੱਥੇ ਕੀ ਪ੍ਰੈਜ਼ੈਂਟ ਹੈ, ਇੱਕ ਟਰਾਇੰਗੂਲਰ ਏਰੀਆ ਪ੍ਰੈਜ਼ੈਂਟ ਹੈ ਜਿਹਨੂੰ ਅਸੀਂ ਕੀ ਕਹਿੰਦੇ ਆ, ਟਰਾਈਗੋਨਮ ਵੈਸੀਕੇ। ਆ ਦੇਖੋ ਲੇਬਲਿੰਗ ਵੀ ਕੀਤੀ ਹੋਈ ਹੈ, ਟਰਾਈਗੋਨਮ ਵੈਸੀਕੇ। ਆ ਟਰਾਈਐਂਗਲ ਵਰਗਾ ਇੱਕ ਸਟਰਕਚਰ ਪ੍ਰੈਜ਼ੈਂਟ ਹੈਗਾ ਯੂਰੀਟਰ ਦੀ ਓਪਨਿੰਗ ਤਾਂ ਇੱਥੇ ਹੈ ਨਾ, ਆ ਇੱਕ ਟਰਾਈਐਂਗਲ ਵਰਗਾ ਸਟਰਕਚਰ ਪ੍ਰੈਜ਼ੈਂਟ ਹੈ, ਇਹਨੂੰ ਬੱਚੇ ਕੀ ਕਹਿੰਦੇ ਆ, ਟਰਾਈਗੋਨੀਅਮ ਵੈਸੀਕੇ ਪ੍ਰੈਜ਼ੈਂਟ ਹੈ, ਓਕੇ। ਸੋ ਇਹ ਕਿੱਥੇ ਪ੍ਰੈਜ਼ੈਂਟ ਹੈਗਾ, ਤੁਸੀਂ ਕਹਿ ਸਕਦੇ ਹੋ ਯੂਰੀਟਰਸ ਦੀ ਓਪਨਿੰਗ ਦੇ ਵਿਚਕਾਰ ਪ੍ਰੈਜ਼ੈਂਟ ਹੈਗਾ, ਓਕੇ। ਸੋ ਯੂਰੀਥਰਾ ਤੇ ਯੂਰੀਟਰਸ ਦੀ ਓਪਨਿੰਗ ਹੈ। ਸੋ ਬਲੈਡਰ ਦੀ ਜਿਹੜੀ ਨੈਕ ਹੈਗੀ ਹੈ ਉਹਦੇ ਆਲੇ ਦੁਆਲੇ ਬੱਚੇ 2 ਰਿੰਗਸ ਮਸਲਸ ਦੀਆਂ ਪ੍ਰੈਜ਼ੈਂਟ ਹੈਗੀਆਂ ਨੇ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ, ਸਫਿੰਕਟਰਸ ਕਹਿੰਦੇ ਹਾਂ, ਠੀਕ ਹੈ, ਜਿਹੜੇ ਕਿ ਆਮ ਤੌਰ 'ਤੇ ਤਾਂ ਕੰਟਰੈਕਟਡ ਹੀ ਰਹਿੰਦੇ ਆ ਤਾਂ ਜੋ ਜਿਹੜਾ ਯੂਰੀਨਰੀ ਬਲੈਡਰ ਹੈ ਉਹ ਬੰਦ ਹੀ ਰਵੇ, ਪਰ ਜਦੋਂ ਯੂਰੀਨ ਪਾਸ ਆਊਟ ਕਰਨਾ ਉਦੋਂ ਤਾਂ ਖੁੱਲ੍ਹਣਾ ਜ਼ਰੂਰੀ ਹੈ ਨਾ, ਠੀਕ ਹੈ। ਸੋ ਇਸ ਕਰਕੇ ਦੋਨੋਂ ਤੇ ਦੋਨੋਂ ਸਫਿੰਕਟਰਸ ਜਿਹੜੇ ਹੈਗੇ ਆ ਉਹ ਉਦੋਂ ਰਿਲੈਕਸ ਕਰ ਜਾਂਦੇ ਆ ਜਦੋਂ ਯੂਰੀਨ ਨੂੰ ਕੀ ਕਰਨਾ ਹੈਗਾ, ਪਾਸ ਆਊਟ ਕਰਨਾ ਹੈਗਾ। ਸੋ ਬੱਚੇ ਸਫਿੰਕਟਰਸ ਮਸਲਸ ਦੇ ਲਈ ਅਸੀਂ ਟਰਮ ਯੂਜ਼ ਕੀਤੀ ਹੋਈ ਹੈ। ਸੋ ਇਨਰ ਸਫਿੰਕਟਰਸ ਜਿਹੜੇ ਹੁੰਦੇ ਆ ਇਨਵੋਲੰਟਰੀ, ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਸ਼ਾਇਦ ਕੁਝ ਬੱਚਿਆਂ ਨੂੰ ਪਤਾ ਵੀ ਹੋਵੇ, ਵਲੰਟਰੀ ਅਤੇ ਇਨਵੋਲੰਟਰੀ। ਬੱਚੇ ਵਲੰਟਰੀ ਐਕਸ਼ਨਸ ਉਹ ਹੁੰਦੇ ਜਿਹੜੇ ਕਿ ਸਾਡੀ ਬੋਡੀ ਦੇ ਕੰਟਰੋਲ ਦੇ ਅੰਦਰ ਹੁੰਦੇ ਆ, ਇਨਵੋਲੰਟਰੀ ਉਹ ਹੁੰਦੇ ਜਿਹੜੇ ਕਿ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈ, ਹੈ ਨਾ। ਜਿੱਦਾਂ ਦੇਖੋ ਅਸੀਂ ਆਪਣੀਆਂ ਅੱਖਾਂ ਦੀ ਬਲਿੰਕਿੰਗ ਕਰਦੇ ਹਾਂ, ਠੀਕ ਆ, ਝਪਕਦੀਆਂ ਰਹਿੰਦੀਆਂ ਅੱਖਾਂ, ਸਾਨੂੰ ਪਤਾ ਹੀ ਨਹੀਂ ਕਿ ਕਿੰਨੀ ਵਾਰੀ ਬਲਿੰਕ ਕਰ ਗਈਆਂ ਸਾਡੀਆਂ ਆਈਜ਼ ਜਿਹੜੀਆਂ ਹੈਗੀਆਂ ਨੇ, ਹੈ ਨਾ। ਸੋ ਇਨਵਲੰਟਰੀ ਐਕਸ਼ਨ ਹੈਗੇ ਨੇ, ਠੀਕ ਹੈ। ਹਾਰਟ ਆਪਣੇ ਆਪ ਬੀਟ ਕਰਦਾ ਰਹਿੰਦਾ, ਸਾਡੇ ਕੰਟਰੋਲ 'ਚ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਹੈ ਕਿ ਕਿੰਨੀ ਵਾਰੀ ਹਾਰਟ ਬੀਟ ਕਰ ਗਿਆ, ਹੈ ਨਾ, ਸਾਨੂੰ ਪਤਾ ਥੋੜ੍ਹੀ ਲੱਗਦਾ। ਸੋ ਇਹ ਸਾਰੇ ਇਨਵਲੰਟਰੀ ਐਕਸ਼ਨਸ ਹੈਗੇ ਬੋਡੀ ਦੇ। ਵਲੰਟਰੀ ਉਹ ਜਿਨ੍ਹਾਂ ਨੂੰ ਅਸੀਂ ਥੋੜ੍ਹੀ ਦੇਰ ਦੇ ਲਈ ਕੰਟਰੋਲ ਕਰਕੇ ਰੱਖ ਸਕਦੇ, ਜਿੱਦਾਂ ਕਿ ਵੈਸੇ ਯੂਰਿਨ ਨੂੰ ਵੀ ਬਹੁਤੀ ਦੇਰ ਤੱਕ ਕੰਟਰੋਲ ਨਹੀਂ ਕਰਕੇ ਰੱਖਿਆ ਜਾ ਸਕਦਾ, ਪਰ ਥੋੜ੍ਹੀ ਦੇਰ ਦੇ ਲਈ ਅਸੀਂ ਕੰਟਰੋਲ ਕਰ ਸਕਦੇ ਹਾਂ। ਸੋ ਇਨਵਲੰਟਰੀ ਸਫਿੰਕਟਰਸ ਵੀ ਹੈ ਅਤੇ ਵਲੰਟਰੀ ਸਫਿੰਕਟਰਸ ਵੀ ਹੈ ਨਾ, ਸਮੂਥ ਮਸਲਸ ਦੇ ਬਣੇ ਹੁੰਦੇ ਆ ਇਨਵਲੰਟਰੀ ਜੋ ਸਫਿੰਕਟਰਸ ਹੈਗੇ ਨੇ, ਓਕੇ, ਠੀਕ ਹੈ। ਸੋ ਇਹ ਰਿਫਲੈਕਸ ਐਕਸ਼ਨ ਤੁਸੀਂ ਪੜ੍ਹਦੇ ਹੁੰਦੇ ਸੀ 10th ਕਲਾਸ 'ਚ, ਉਹਦੇ ਦੁਆਰਾ ਕੰਟਰੋਲ ਕੀਤੇ ਜਾਂਦੇ। ਬਾਹਰ ਵਾਲੇ ਸਫਿੰਕਟਰ ਜਿਹੜੇ ਹੈਗੇ ਆ ਉਹ ਵਲੰਟਰੀ ਹੈ, ਠੀਕ ਹੈ, ਉਹ ਸਟਰਾਈਏਟਡ ਮਸਲਸ ਦੇ ਬਣੇ ਹੋਏ ਆ। ਇੱਕ 2 ਸਾਲ ਦਾ ਬੱਚਾ ਵੀ ਜਿਹੜਾ ਹੈਗਾ ਲਰਨ ਕਰਨਾ ਸਿੱਖ ਜਾਂਦਾ, ਠੀਕ ਹੈ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਬਾਹਰ ਵਾਲੇ ਸਫਿੰਕਟਰਸ ਨੂੰ ਕੀ ਕਰਨਾ, ਰਿਲੈਕਸ ਕਰਨਾ ਤਾਂ ਜੋ ਯੂਰਿਨ ਪਾਸ ਆਊਟ ਹੋ ਜਾਏ, ਠੀਕ ਹੈ। ਸੋ ਬਲੈਡਰ ਜਿਹੜਾ ਹੈਗਾ 700 ਤੋਂ ਲੈ ਕੇ 800 ਮਿਲੀਲੀਟਰ ਆਫ ਯੂਰਿਨ ਹੋਲਡ ਕਰਕੇ ਰੱਖ ਸਕਦਾ ਤੁਹਾਡਾ ਯੂਰਿਨਰੀ ਬਲੈਡਰ ਜਿਹੜਾ ਹੈਗਾ, ਠੀਕ ਹੈ ਨਾ। ਸੋ ਬਾਅਦ ਦੇ ਵਿੱਚ ਅਰਗ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਵੀ ਹਾਂਜੀ ਜੀ ਹੁਣ ਯੂਰਿਨ ਜਿਹੜਾ ਹੈਗਾ ਉਹਨੂੰ ਪਾਸ ਆਊਟ ਕਰ ਦੇਣਾ ਚਾਹੀਦਾ, ਠੀਕ ਹੈ। ਥੋੜ੍ਹੀ ਦੇਰ ਦੇ ਲਈ ਤੁਸੀਂ ਅਰਗ ਨੂੰ ਵੈਸੇ ਰੋਕ ਕੇ ਵੀ ਰੱਖ ਸਕਦੇ ਹੋ ਐਕਸਟਰਨਲ ਸਫਿੰਕਟਰਸ ਦੀ ਮਦਦ ਦੇ ਨਾਲ ਹੀ। ਅੱਗੇ ਤੁਹਾਡੇ ਕੋਲ ਲਾਸਟ ਪਾਰਟ ਤੁਹਾਡੇ ਕੋਲ ਆ ਗਿਆ ਯੂਰੀਥਰਾ। ਸੋ ਯੂਰੀਥਰਾ ਜਿਹੜਾ ਹੈਗਾ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ, ਯੂਰੀਨਰੀ ਬਲੈਡਰ ਦੀ ਨੈਕ ਤੋਂ ਸ਼ੁਰੂ ਹੋ ਜਾਂਦਾ, ਠੀਕ ਹੈ। ਸੋ ਬਾਹਰ ਨੂੰ ਖੁੱਲ ਜਾਂਦਾ ਹੈਗਾ। ਫੀਮੇਲਸ ਦੇ ਵਿੱਚ ਇਹਦਾ ਸਾਈਜ਼ ਬਹੁਤ ਛੋਟਾ ਹੁੰਦਾ, 3 to 5 ਸੈਂਟੀਮੀਟਰ ਹੀ ਹੁੰਦਾ, ਠੀਕ ਹੈ। ਜਦ ਕਿ ਮੇਲਸ ਜਿਹੜੇ ਹੁੰਦੇ ਆ ਨਾ
ਉਹਨਾਂ ਵਿੱਚ ਯੂਰੀਥਰਾ ਦਾ ਸਾਈਜ਼ ਜਿਹੜਾ ਹੈਗਾ ਲੰਬਾ ਹੁੰਦਾ 20 ਸੈਂਟੀਮੀਟਰ ਹੁੰਦਾ। ਠੀਕ ਹੈ, ਕਿਉਂ? ਕਿਉਂਕਿ ਮੇਲ ਦੇ ਅੰਦਰ, ਠੀਕ ਹੈ, ਇਹ ਦੋ ਤਰ੍ਹਾਂ ਦੇ ਕੰਮ ਕਰਦਾ ਹੈ ਨਾ। ਇਹਨੂੰ ਯੂਰੀਨੋਜੈਨੀਟਲ ਅਪਰਚਰ ਕਹਿੰਦੇ ਆ ਬੱਚੇ। ਠੀਕ ਹੈ, ਕਿਉਂ? ਕਿਉਂਕਿ ਯੂਰਿਨ ਤਾਂ ਪਾਸ ਆਊਟ ਕਰਨਾ ਹੀ ਹੁੰਦਾ ਯੂਰੀਥਰਾ ਨੇ। ਠੀਕ ਹੈ ਨਾ, ਪਰ ਜੋ ਸੈਮੀਨਲ ਫਲੂਇਡ ਜਿਹੜਾ ਹੈਗਾ, ਠੀਕ ਹੈ, ਸੋ ਉਹ ਵੀ ਪਾਸ ਆਊਟ ਕਰਨਾ ਹੁੰਦਾ, ਜਿਹਦੇ 'ਚ ਸਪਰਮ ਹੁੰਦੇ ਆ, ਉਹ ਵੀ ਇਹਦੇ ਥਰੂ ਹੀ ਪਾਸ ਆਊਟ ਹੁੰਦਾ। ਸੋ ਫੀਮੇਲਸ ਦੇ ਵਿੱਚ ਕਹਿੰਦੇ ਯੂਰੀਥਰਾ ਦੀ ਇਨਫੈਕਸ਼ਨ ਦੇ ਚਾਂਸਿਸ ਜ਼ਿਆਦਾ ਹੁੰਦੇ ਆ, ਕਿਉਂਕਿ ਉਹਨਾਂ ਦੇ ਵਿੱਚ ਯੂਰੀਥਰਾ ਜਿਹੜਾ ਹੈਗਾ ਸ਼ਾਰਟ ਸਾਈਜ਼ ਦਾ ਹੁੰਦਾ। ਓਕੇ, ਮਸਕੂਲਰ ਯੂਰੀਥਰਲ ਜਿਹੜੇ ਸਫਿੰਟਰਸ ਜਿਹੜੇ ਹੈਗੇ ਆ, ਉਹ ਯੂਰੀਥਰਾ ਨੂੰ ਥੋੜ੍ਹੀ ਦੇਰ ਦੇ ਲਈ ਬੰਦ ਰੱਖਦੇ ਆ, ਹੈ ਨਾ। ਸੋ ਮੋਸਟਲੀ ਕਹਿ ਲਓ ਕਿ ਬੰਦ ਹੀ ਰੱਖਦੇ ਆ, ਉਦੋਂ ਹੀ ਖੋਲ੍ਹਦੇ ਆ ਜਦੋਂ ਕਿ ਯੂਰੀਨ ਪਾਸ ਆਊਟ ਕਰਨਾ ਹੁੰਦਾ। ਅਤੇ ਇੱਕ ਇੱਥੇ ਅੱਜ ਆਪਾਂ ਲਾਸਟ ਛੋਟਾ ਜਿਹਾ ਟੋਪਿਕ ਕਰਨਾ ਬਲੱਡ ਸਪਲਾਈ ਜਿਹੜੀ ਹੈਗੀ ਹੈ ਨਾ। ਹੁਣ ਬੱਚੇ ਮੈਂ ਤੁਹਾਨੂੰ ਜਿੱਦਾਂ ਉਹਦੇ ਵਿੱਚ ਦੱਸ ਕੇ ਹੁਣੇ ਥੋੜ੍ਹੀ ਦੇਰ ਦੱਸਿਆ, ਅਤੇ ਇਸੇ ਤਰੀਕੇ ਦੇ ਨਾਲ ਜੇ ਤੁਹਾਨੂੰ ਯਾਦ ਹੈ, ਅਸੀਂ ਹਾਰਟ ਦੇ ਵਿੱਚ ਵੀ ਜਦੋਂ ਫਲੂਇਡ ਵਾਲਾ ਚੈਪਟਰ ਪੜ੍ਹਿਆ ਸੀ ਤਾਂ ਇਨਫੀਰੀਅਰ ਵੇਨਾ ਕੇਵਾ, ਹੈ ਨਾ, ਮੇਨ ਵੇਨਸ ਜਿਹੜੀਆਂ ਹੈਗੀਆਂ ਨੇ, ਹੈ ਨਾ, ਸੋ ਬੋਡੀ ਦੇ ਲੋਅਰ ਪੋਰਸ਼ਨਸ ਤੋਂ ਬਲੱਡ ਇਕੱਠਾ ਕਰਕੇ ਲੈ ਕੇ ਆਉਂਦੀਆਂ ਸੀ ਹਾਰਟ ਦੇ ਕੋਲ। ਸੋ ਕਿਡਨੀ ਵੀ ਜਿਹੜੀ ਹੈਗੀ ਹੈ ਰਿਸੀਵ ਕਰਦੀ ਹੈ ਬਲੱਡ ਕਿਹਦੇ ਦੁਆਰਾ? ਰੀਨਲ ਆਰਟਰੀ ਦੇ ਦੁਆਰਾ, ਜਿਹੜੀ ਕਿ ਡੋਰਸਲ ਏਓਟਾ ਤੋਂ ਨਿਕਲੀ ਸੀਗੀ, ਹੈ ਨਾ। ਕਿਡਨੀ ਦੇ ਵਿੱਚ ਜਾ ਕੇ ਰੀਨਲ ਆਰਟਰੀ ਜਿਹੜੀ ਹੈਗੀ ਆ ਹੋਰ ਵੀ ਡਿਵਾਈਡ ਹੋ ਜਾਂਦੀ ਹੈ, ਅੱਗੇ ਤੋਂ ਅੱਗੇ ਡਿਵਾਈਡ ਹੋ ਜਾਂਦੀ ਹੈ ਨਾ। ਠੀਕ ਹੈ, ਅਤੇ ਕੀ ਆਪਣੇ ਵਿੱਚੋਂ ਦੀ ਕੀ ਨਿਕਾਲਦੀ ਹੈ? ਐਫਰੈਂਟ ਆਰਟੀਰੀਓਲਸ। ਬੱਚੇ ਐਫਰੈਂਟ ਸ਼ਬਦ ਜਿਹੜਾ ਹੈਗਾ ਉਹਨਾਂ ਦੇ ਲਈ ਯੂਜ਼ ਕੀਤਾ ਜਾਂਦਾ ਬੋਡੀ ਦੇ ਅੰਦਰ, ਉਹਨਾਂ ਸਟਰਕਚਰਸ ਦੇ ਲਈ ਜਿਹੜੇ ਕੁਛ ਲੈ ਕੇ ਆਉਂਦੇ ਆ। ਇਫਰੈਂਟ ਉਹਨਾਂ ਦੇ ਲਈ ਜਿਹੜੇ ਕਿ ਲੈ ਕੇ ਜਾਂਦੇ ਆ, ਹੈ ਨਾ। ਠੀਕ ਹੈ, ਸੋ ਕੀ ਹੋ ਗਿਆ? ਰੀਨਲ ਆਰਟਰੀ ਅੱਗੇ ਤੋਂ ਅੱਗੇ ਡਿਵਾਈਡ ਕਰ ਗਈ ਐਫਰੈਂਟ ਆਰਟੀਰੀਓਲਸ ਦੇ ਵਿੱਚ, ਹੈ ਨਾ, ਬੋਮੈਨ ਕੈਪਸੂਲ ਦੇ ਅੰਦਰ। ਸੋ ਐਫਰੈਂਟ ਆਰਟੀਰੀਓਲ ਜਿਹੜਾ ਹੈਗਾ, ਠੀਕ ਹੈ, ਕੀ ਬਣਾ ਦਿੰਦਾ ਫਿਰ ਇੱਥੇ? ਗੁੱਛਾ ਬਣਾ ਦਿੰਦਾ ਹੈਗਾ, ਬੰਚ ਬਣਾ ਦਿੰਦਾ ਹੈਗਾ ਤਕਰੀਬਨ 50 ਕੈਪਿਲਰੀਜ਼ ਦਾ, ਜਿਹਨੂੰ ਅਸੀਂ ਕੀ ਕਹਿੰਦੇ? ਗਲੋਮੇਰੂਲਸ। ਮੈਂ ਨਹੀਂ ਹੁਣ ਤੁਹਾਨੂੰ ਪਿੱਛੇ ਦਿਖਾਉਣਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੋਮੈਨ ਕੈਪਸੂਲ ਦੇ ਅੰਦਰ ਗਲੋਮੇਰੂਲਸ ਪ੍ਰੈਜ਼ੈਂਟ ਹੈਗਾ। ਠੀਕ ਹੈ ਨਾ, ਸੋ ਜਿਹੜਾ ਕਿ ਐਕਚੁਅਲੀ ਦੇ ਵਿੱਚ ਬਲੱਡ ਕੈਪਿਲਰੀਜ਼ ਦਾ ਇੱਕ ਪੂਰਾ ਗੁੱਛਾ ਹੈਗਾ। ਗਲੋਮੇਰੂਲਰ ਕੈਪਿਲਰੀਜ਼ ਜਿਹੜੀਆਂ ਹੈਗੀਆਂ ਨੇ, ਉਹ ਫਿਰ ਅੱਗੇ ਤੋਂ ਅੱਗੇ ਮਿਲ ਕੇ ਇਫਰੈਂਟ ਆਰਟੀਰੀਓਲਸ ਬਣਾਉਂਦੀਆਂ ਨੇ, ਹੈ ਨਾ। ਠੀਕ ਹੈ, ਸੋ ਜਿਹਦੇ ਕਰਕੇ ਕਿ ਫਿਰ ਹੌਲੀ ਹੌਲੀ ਬਲੱਡ ਦਾ ਵੋਲੀਅਮ ਜਿਹੜਾ ਹੈਗਾ, ਠੀਕ ਹੈ, ਘਟਣਾ ਸ਼ੁਰੂ ਹੋ ਜਾਂਦਾ ਗਲੋਮੇਰੂਲਸ ਦੇ ਵਿੱਚੋਂ ਦੀ। ਇਫਰੈਂਟ ਆਰਟੀਰੀਓਲਸ ਜਿਹੜੀਆਂ ਹੈਗੀਆਂ ਬਾਅਦ ਵਿੱਚ ਇਕੱਠੀਆਂ ਮਿਲ ਮਿਲ ਕੇ ਕੀ ਬਣਾਉਂਦੀਆਂ? ਪੈਰੀ ਟਿਊਬੂਲਰ ਕੈਪਿਲਰੀ ਨੈਟਵਰਕ ਬਣਾਉਂਦੀਆਂ ਕੋਟੈਕਸ ਦੇ ਵਿੱਚ, ਹੈ ਨਾ। ਕਿਹੜਾ? ਪ੍ਰੋਕਸੀਮਲ ਅਤੇ ਡਿਸਟਲ ਕਨਵੋਲੇਟਡ ਟਿਊਬੂਲ, ਜਿਹੜਾ PCT ਅਤੇ DCT ਮੈਂ ਤੁਹਾਨੂੰ ਨਫਰੋਨ ਦੇ ਵਿੱਚ ਦਿਖਾਇਆ ਸੀ ਨਾ, ਠੀਕ ਹੈ ਨਾ, ਹਿੱਸਾ ਸਮਝਦੇ ਪਏ ਬੱਚੇ, ਉੱਥੇ ਇਹ ਇੱਦਾਂ ਦਾ ਕੈਪਿਲਰੀ ਨੈਟਵਰਕ ਬਣਾ ਲੈਂਦਾ। ਠੀਕ ਹੈ, ਇਹਨਾਂ ਪੈਰੀ ਟਿਊਬੂਲਰ ਕੈਪਿਲਰੀਜ਼ ਤੋਂ, ਹੈ ਨਾ, ਸੋ ਕੈਪਿਲਰੀਜ਼ ਫਿਰ ਨਿਕਲਦੀਆਂ ਹੈਗੀਆਂ ਕਿਹੜੀਆਂ? ਵੈਸਾ ਰੈਕਟਾ ਦੀਆਂ, ਠੀਕ, ਜਿਹੜੀਆਂ ਕਿ ਲੂਪ ਆਫ ਫੈਨਲ ਦੇ ਪੈਰਲਲ ਆ ਜਾਂਦੀਆਂ। ਠੀਕ ਹੈ, ਮੈਡੂਲਾ ਦੇ ਵਿੱਚ ਕਲੈਕਟਿੰਗ ਡਕਟ ਦੇ ਪੈਰਲਲ ਆ ਜਾਂਦੀਆਂ। ਇਹ ਸਾਰੇ ਦਾ ਸਾਰਾ ਕੈਪਿਲਰੀਜ਼ ਦਾ ਜਿਹੜਾ ਨੈਟਵਰਕ ਹੈਗਾ, ਤੁਹਾਨੂੰ ਪਤਾ ਹੀ ਬੱਚੇ ਕੈਪਿਲਰੀਜ਼ ਦੇ ਵਿੱਚ ਬਲੱਡ ਹੁੰਦਾ, ਹੈ ਨਾ। ਠੀਕ ਹੈ, ਸੋ ਉਹ ਬਲੱਡ ਨੂੰ ਫਿਰ ਵਾਪਸ ਭੇਜ ਦਿੰਦੀਆਂ, ਜਿਹਦੇ 'ਚ ਯੂਜ਼ਫੁਲ ਮਟੀਰੀਅਲ ਹੈਗਾ ਕਿਹਦੇ ਕੋਲ? ਰੀਨਲ ਵੈਨਿਊਲਸ ਦੇ ਕੋਲ, ਜਿਹੜਾ ਕਿ ਰੀਨਲ ਵੇਨ ਦੇ ਨਾਲ ਫਿਰ ਜੁੜ ਜਾਂਦਾ। ਠੀਕ ਹੈ, ਜਿਹੜੀ ਕਿ ਕਿਹਦੇ ਵਿੱਚ ਜਾ ਕੇ ਖੁੱਲ੍ਹ ਜਾਂਦੀ ਹੈ? ਇਨਫੀਰੀਅਰ ਵੇਨਾ ਕੇਵਾ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਕਿਡਨੀਜ਼ ਨੂੰ ਬਲੱਡ ਸਪਲਾਈ ਹੋ ਰਹੀ ਹੈ। ਇੱਥੇ ਤੱਕ ਤੁਸੀਂ ਟੋਪਿਕ ਨੂੰ ਸੁਣਨਾ